ਸ਼ਲੋਕ ਮਹੱਲਾ ਪਹਿਲਾ। ਪਹਿਲਾ ਸੁੱਚਾ ਆਪ ਹੋਏ, ਸੁੱਚੇ ਬੈਠਾ ਆਏ। ਸੁੱਚੇ ਅੱਗੇ ਰਖਿਅਨ, ਕੋਇ ਨ ਬਿਟਿਓ ਜਾਏ। ਸੁੱਚਾ ਹੋਇ ਕੇ ਜੀਵਿਆ, ਲੱਗਾ ਪੜਨ ਸਲੋਕ। ਕੋ ਹੱਥੀ ਜਾਏ ਸਟਿਆ, ਕਿਸ ਏ ਲੱਗਾ ਦੋਖ। ਅੰਨ ਦੇਵਤਾ ਪਾਣੀ ਦੇਵਤਾ, ਬਸੰਤਰ ਦੇਵਤਾ ਲੂਣ। ਪੰਜਵਾਂ ਪਾਇਆ ਘਿਤੇ, ਤਾਂ ਹੁਆ ਪਾਕ ਪਵਿੱਤ। ਪਾਪੀ ਸਿਉ ਤਨ ਗੱਡਿਆ, ਥੁੱਕਾਂ ਪਈਆਂ ਤਿਤ। ਜਿਤ ਮੁਖ ਨਾਮ ਨ ਉਚਰੇ, ਬਿਨ ਨਾਮੇ ਰਸ ਖਾਏ। ਨਾਨਕ ਏਵੈ ਜਾਣੀਐ, ਤਿਤ ਮੁਖ ਥੁੱਕਾਂ ਪਾਏ। 19ਵੀਂ ਪੌੜੀ ਆਸਾ ਦੀਵਾਰ ਦੀ, ਜਿਸ ਵਿੱਚ ਜੋ ਸੰਬੰਧਿਤ ਸ਼ਲੋਕ ਨੇ ਉਹ ਕਰੀਬਨ 18ਵੀਂ ਪੌੜੀ ਦੇ ਸ਼ਲੋਕਾਂ ਨਾਲ ਮਿਸ਼ਰਤ ਹੀ ਨੇ। ਭਾਵ ਇੱਕੋ ਜਿਹਾ ਹੈ, ਥੋੜ੍ਹੇ ਜਿਹਾ ਨਵੇਂ ਰੂਪ ਵਿੱਚ, ਨਵੇਂ ਅੱਖਰਾਂ 'ਚ, ਨਵੇਂ ਵਿਚਾਰ 'ਚ। ਸਤਿਗੁਰੂ ਦੇਵ ਜੀ ਮਹਾਰਾਜ ਦਾ ਫਰਮਾਨ ਕਿ ਬ੍ਰਾਹਮਣ ਨਹਾ ਧੋ ਕੇ, ਸੁੱਚਾ ਹੋ ਕੇ ਚੌਕੇ ਵਿੱਚ ਆਣ ਬੈਠਾ ਹੈ। ਕਿਉਂਕਿ ਸਾਡੇ ਦੇਸ਼ ਦੀ ਇਹ ਪ੍ਰਥਾ ਰਹੀ ਹੈ, ਬ੍ਰਾਹਮਣ ਧਾਰਮਿਕ ਆਗੂ ਹੈ, ਧਾਰਮਿਕ ਗੁਰੂ ਹੈ, ਉਸ ਦਾ ਸਨਮਾਨ ਈਸ਼ਵਰੀ ਸਨਮਾਨ ਹੈ। ਪਰ ਵਾਕਈ ਬ੍ਰਾਹਮਣ ਦਾ ਜੋ ਅਰਥ ਹੈ, ਜੋ ਭਾਵ ਹੈ, ਉਸ ਦੀ ਗਹਿਰਾਈ 'ਚ ਨਾ ਇਹ ਜਗਤ ਗਿਆ ਤੇ ਨਾ ਹੀ ਸਵੈਮ ਬ੍ਰਾਹਮਣ। ਮਹਾਰਾਜ ਦੀ ਬਾਣੀ ਦਾ ਵਾਕ ਬ੍ਰਹਮ ਬਿੰਦੇ ਸੇ ਬ੍ਰਾਹਮਣਾ। ਜੋ ਬ੍ਰਹਮ ਦਾ ਚਿੰਤਨ ਕਰਦੇ ਨੇ ਉਹੀ ਬ੍ਰਾਹਮਣ ਨੇ, ਜੋ ਬ੍ਰਹਮ ਵਿੱਚ ਨਿਵਾਸ ਕਰਦੇ ਨੇ ਉਹੀ ਬ੍ਰਾਹਮਣ ਨੇ, ਜੋ ਅੱਠੇ ਪੈਰ ਬ੍ਰਹਮ ਨੂੰ ਸੋਚਦੇ ਨੇ ਉਹੀ ਬ੍ਰਾਹਮਣ ਨੇ। ਕਹੋ ਕਬੀਰ ਜੋ ਬ੍ਰਹਮ ਵਿਚਾਰੇ, ਸੋ ਬ੍ਰਾਹਮਣ ਕਹੀਅਤ ਹੈ ਹਮਾਰੇ। ਭਗਤ ਕਬੀਰ ਕਹਿੰਦੇ ਮੈਂ ਤੇ ਉਸ ਨੂੰ ਬ੍ਰਾਹਮਣ ਹੀ ਆਖਾਂਗਾ ਜੋ ਅੱਠੇ ਪੈਰ ਬ੍ਰਹਮ ਦੀ ਵਿਚਾਰ ਵਿੱਚ ਰਹਿੰਦਾ, ਜੋ ਅੱਠੇ ਪੈਰ ਧਨ ਦੀ ਵਿਚਾਰ ਵਿੱਚ ਰਹਿੰਦਾ ਹੈ ਵੈਸ਼ ਹੈ, ਜੋ ਅੱਠੇ ਪੈਰ ਸ਼ਕਤੀ ਦੀ ਵਿਚਾਰ ਵਿੱਚ ਰਹਿੰਦਾ ਹੈ ਖੱਤਰੀ ਹੈ, ਔਰ ਜੋ ਅੱਠੇ ਪੈਰ ਸੇਵਾ ਭਾਵ ਵਿੱਚ ਰਹਿੰਦਾ ਹੈ ਸ਼ੂਦਰ ਹੈ। ਜੋ ਅੱਠੇ ਪੈਰ ਬ੍ਰਹਮ ਦਾ ਚਿੰਤਨ ਕਰਦਾ ਹੈ ਬ੍ਰਾਹਮਣ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਹ ਚਾਰੇ ਵਰਨ ਸਾਂਝੇ ਕਰ ਦਿੱਤੇ, ਇੱਕ ਮਨੁੱਖ ਦੇ 'ਚ ਪਾ ਦਿੱਤੇ। ਆਖਿਆ ਤੂੰ ਬ੍ਰਹਮ ਦਾ ਚਿੰਤਨ ਵੀ ਕਰਨਾ ਹੈ, ਤੂੰ ਸ਼ਕਤੀਸ਼ਾਲੀ ਵੀ ਹੋਣਾ ਹੈ, ਤੂੰ ਰੋਜ਼ੀ ਦੀ ਚਿੰਤਾ ਵੀ ਕਰਨੀ ਹੈ, ਉਪਜੀਵਕਾ ਵੀ ਆਪਣੀ ਕਮਾਣੀ ਹੈ, ਔਰ ਤੂੰ ਹਰ ਵਰਨ ਦੀ, ਹਰ ਵੇਖ ਦੀ ਸੇਵਾ ਵੀ ਕਰਨੀ ਹੈ। ਤੋ ਬਣੇ ਹੋਏ ਪ੍ਰਾਚੀਨ ਸਤਕਾਰ ਦੇ ਮੁਤਾਬਕ ਬ੍ਰਾਹਮਣ ਨੂੰ ਅਕਸਰ ਘਰ ਵਿੱਚ ਨੌਤਾ ਦਿੱਤਾ ਜਾਂਦਾ, ਔਰ ਉਹ ਗਾਹੇ ਬਗਾਹੇ ਸ਼ਰਧਾਲੂਆਂ ਦੇ, ਜਜਮਾਨਾਂ ਦੇ ਘਰ ਜਾ ਕੇ ਧਾਰਮਿਕ ਰਸਮ ਦੀ ਪੂਰਤੀ ਕਰਦਾ ਹੈ। ਵਿਆਹ ਸਮੇਂ, ਗਮੀ ਸਮੇਂ, ਜਾਂ ਹੋਰ ਘਰ ਵਿੱਚ ਦੁੱਖ ਸੁੱਖ ਹੈ, ਉਸ ਦੇ ਵਿੱਚ ਬ੍ਰਾਹਮਣ ਨੂੰ ਹੀ ਬੁਲਾ ਕੇ ਉਸ ਦੀ ਪੂਜਾ ਅਰਚਨ ਕਰਕੇ, ਦਾਨ ਦਕਸ਼ਣਾ ਦੇ ਕੇ ਲੋਕੀ ਧਾਰਮਿਕ ਕਿਰਿਆ ਕਰਦੇ ਸਨ ਔਰ ਕਰ ਰਹੇ ਨੇ। ਮਹਾਰਾਜ ਕਹਿੰਦੇ ਨਹਾ ਧੋ ਕੇ ਬ੍ਰਾਹਮਣ ਸੁੱਚਾ ਹੋ ਕੇ, ਪਵਿੱਤਰ ਹੋ ਕੇ ਸੁੱਚੇ ਚੌਕੇ ਵਿੱਚ ਆਣ ਕੇ ਬੈਠਾ ਹੈ। ਪਹਿਲਾ ਸੁੱਚਾ ਆਪ ਹੋਏ, ਸੁੱਚੇ ਬੈਠਾ ਆਏ। ਸੁੱਚੇ ਅੱਗੇ ਰੱਖਿਅਨ, ਕੋਈ ਨਾ ਭਿਟਿਓ ਜਾਏ। ਸ਼ਰਧਾਲੂਆਂ ਨੇ, ਜਜਮਾਨਾਂ ਨੇ ਉਸ ਸੁੱਚੇ ਬ੍ਰਾਹਮਣ ਦੇ ਅੱਗੋਂ ਬਿਲਕੁਲ ਪਾਕ ਸੁੱਚਾ ਭੋਜਨ ਆਣ ਕੇ ਰੱਖਿਆ, ਜੋ ਅਜੇ ਭਿਟਿਆ ਨਹੀਂ, ਜਿਸ ਨੂੰ ਅਜੇ ਕਿਸੇ ਨੇ ਛੋਇਆ ਨਹੀਂ, ਜੋ ਸਭ ਤੋਂ ਪਹਿਲੇ ਬ੍ਰਾਹਮਣ ਨੂੰ ਹੀ ਪਰੋਸ ਕੇ ਰੱਖਿਆ ਜਾ ਰਿਹਾ ਹੈ।
ਸੁੱਚਾ ਹੋਏ ਕੇ ਜੇਵਿਆ ਲੱਗਾ ਪੜਨ ਸਲੋਕ। ਸੁੱਚਾ ਹੋ ਕੇ ਭੋਜਨ ਛਕਣ ਲੱਗਾ ਹੈ ਤੇ ਛਕਣ ਤੋਂ ਪਹਿਲੇ ਕੁਝ ਸਲੋਕ ਪੜਨ ਲੱਗਾ ਹੈ, ਜੋ ਬ੍ਰਾਹਮਣਾਂ ਦੀ ਧਾਰਮਿਕ ਰਸਮ ਹੈ। ਭੋਜਨ ਛਕਣ ਤੋਂ ਪਹਿਲੇ ਕੁਝ ਮੰਤਰ ਪੜ੍ਹਨਾ ਹੈ ਔਰ ਭੋਜਨ ਛਕਣ ਤੋਂ ਬਾਅਦ ਕੁਝ ਮੰਤਰ ਪੜ੍ਹਨਾ ਹੈ। ਇਸ ਤਰੀਕੇ ਨਾਲ ਇਹ ਭੋਜਨ ਛਕਾਉਣ ਦੀ ਕਿਰਿਆ ਸੰਪੰਨ ਹੋਈ। ਪਰ ਮਹਾਰਾਜ ਕਹਿੰਦੇ ਨੇ ਭੋਜਨ ਸੁੱਚਾ, ਚੌਕਾ ਵੀ ਸੁੱਚਾ, ਬਸਤਰ ਵੀ ਸੁੱਚੇ, ਸੁੱਚੇ ਢੰਗ ਨਾਲ ਬਣਾਇਆ ਗਿਆ ਔਰ ਸੁੱਚੇ ਅੱਗੇ ਰੱਖਿਆ ਗਿਆ। ਪਰ ਖਾ ਕੇ ਜਿੱਥੇ ਪਾਇਆ ਗਿਆ, ਜਿਸ ਪੇਟ ਦੇ ਸੁੱਟਿਆ ਗਿਆ, ਮਹਾਰਾਜ ਕਹਿੰਦੇ ਨੇ ਕੁਹੱਥੀ ਜਾਏ ਸਟਿਆ ਕਿਸ ਇਹ ਲੱਗਾ ਦੁੱਖ। ਪੇਟ ਦੇ ਚ ਇਹ ਭੋਜਨ ਸੁੱਟ ਦਿੱਤਾ ਗਿਆ। ਇਹ ਦੋਖ ਕਿਸ ਨੂੰ ਲੱਗਿਆ? ਕਿਉਂਕਿ ਪੇਟ ਕੁਹੱਥੀ ਜਾਏ, ਬੈੜੀ ਥਾਂ, ਗੰਦੀ ਥਾਂ, ਐਸੀ ਥਾਂ ਜਿੱਥੇ ਅੰਨ ਨੇ ਵੀ ਮੈਲੇ ਹੋ ਜਾਣਾ, ਪਾਣੀ ਨੇ ਵੀ ਮੈਲੇ ਹੋ ਜਾਣਾ, ਲੂਣ ਨੇ ਵੀ ਮੈਲੇ ਹੋ ਜਾਣਾ, ਮਿੱਠੇ ਨੇ ਵੀ ਮੈਲੇ ਹੋ ਜਾਣਾ, ਔਰ ਇਸ ਭੋਜਨ ਦੇ ਵਿੱਚ ਜੋ ਘਿਓ ਪਾਇਆ ਗਿਆ ਹੈ ਉਸ ਨੇ ਵੀ ਮੈਲੇ ਹੋ ਜਾਣਾ। ਸਾਹਿਬ ਕਹਿੰਦੇ ਨੇ ਕਿ ਵਾਸਤਵਿਕ ਇਹ ਸਾਰੇ ਦੇਵਤੇ ਹੀ ਸਨ। ਅੰਨ ਦੇਵਤਾ, ਪਾਣੀ ਦੇਵਤਾ, ਬੈਸੰਤਰ ਦੇਵਤਾ, ਲੂਣ। ਪੰਜਵਾਂ ਪਾਇਆ ਘ੍ਰਿਤ ਤਾਂ ਹੋਆ ਪਾਕ ਪਵਿੱਤਰ। ਪਾਕ ਭੋਜਨ, ਪਾਕ ਰਸੋਈ, ਪਵਿੱਤਰ ਰਸੋਈ ਬਣ ਗਈ। ਕਿਸ ਤਰ੍ਹਾਂ ਬਣੀ? ਅੰਨ ਦੇਵਤੇ ਨਾਲ, ਪਾਣੀ ਦੇਵਤੇ ਨਾਲ, ਬੈਸੰਤਰ ਦੇਵਤੇ ਦੇ ਨਾਲ, ਲੂਣ ਤੇ ਪੰਜਵਾਂ ਘਿਓ, ਇਹ ਸਾਰੇ ਮਿਸ਼ਰਨ ਹੋਏ ਤੇ ਬਣ ਗਿਆ ਪਾਵਨ ਭੋਜਨ, ਬਣ ਗਿਆ ਪਵਿੱਤਰ ਭੋਜਨ। ਪਾਪੀ ਸਿਓ ਤਨ ਗੱਡਿਆ ਥੁੱਕਾਂ ਪਈਆਂ ਤਿੱਤ। ਇਸ ਅਪਵਿੱਤਰ ਸਰੀਰ ਦੇ ਅੰਦਰ ਪਾਇਆ ਗਿਆ ਤੋ ਬਣ ਗਿਆ ਬਿਸ਼ਟਾ। ਬਿਸ਼ਟਾ ਨੂੰ ਦੇਖਦਿਆਂ ਹੀ ਮੂੰਹ ਦੇ ਥੁੱਕ ਨਿਕਲਦੀ ਹੈ, ਘਿਰਣਾ ਪੈਦਾ ਹੁੰਦੀ ਹੈ। ਅੰਨ ਘਿਰਣਤ ਹੋ ਗਿਆ, ਪਾਣੀ ਮੈਲਾ ਹੋ ਗਿਆ, ਲੂਣ ਮੈਲਾ ਹੋ ਗਿਆ, ਘਿਓ ਮੈਲਾ ਹੋ ਗਿਆ। ਸਰੀਰ ਤੇ ਇਤਨਾ ਮੈਲਾ ਕਿ ਦੇਵਤਿਆਂ ਤੱਕ ਨੂੰ ਭ੍ਰਸ਼ਟ ਕਰ ਦੇ ਕਿ ਇਹ ਬ੍ਰਾਹਮਣ ਤੂੰ ਸੁੱਚਾ ਕਿਹੜੀ ਗੱਲ ਦਾ, ਤੂੰ ਪਾਵਨ ਕਿਹੜੀ ਗੱਲ ਦਾ। ਮਨੁੱਖੀ ਸਰੀਰ ਹੀ ਐਸਾ ਹੈ, ਇਹ ਤੇ ਹਰ ਇੱਕ ਚੀਜ਼ ਨੂੰ ਭ੍ਰਸ਼ਟ ਕਰ ਦਿੰਦਾ ਹੈ, ਇਹ ਤੇ ਹਰ ਇੱਕ ਚੀਜ਼ ਨੂੰ ਮੈਲਾ ਕਰ ਦਿੰਦਾ ਹੈ। ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਮਹਾਵਾਕ ਆਪ ਫਰਮਾਨ ਕਰਦੇ ਨੇ, ਕਰਪੂਰ ਪੋਹ ਸੁਗੰਧਾ ਪਰਸ ਮਾਨੁਖ ਦੇਹੰ ਮਲੀਣੰ। ਕਪੂਰ, ਫੁੱਲ ਤੇ ਹੋਰ ਸੁਗੰਧਿਤ ਵਸਤੂਆਂ ਜੇ ਮਨੁੱਖੀ ਤਨ ਨਾਲ ਸਪਰਸ਼ ਕਰਨ ਤਾਂ ਸਭ ਕੁਝ ਮੈਲੀਆਂ ਹੋ ਜਾਂਦੀਆਂ, ਅਪਵਿੱਤਰ ਹੋ ਜਾਂਦੀਆਂ। ਤਨ ਇਤਨਾ ਮੈਲਾ ਹੈ ਕਿ ਤਨ ਨਾਲ ਸੰਬੰਧ ਸਪਰਸ਼ ਕਰਦੇ ਹਾਂ, ਸੰਬੰਧ ਜੋੜਦੇ ਹਾਂ, ਸਭ ਕੁਝ ਮੈਲਾ ਹੁੰਦਾ ਹੈ। ਔਰ ਜੈਸੇ ਜੈਸੇ ਵਿਗਿਆਨ ਵਿਕਸਿਤ ਹੋਇਆ ਹੈ, ਦੇਖਣ ਦੇ ਚ ਆਇਆ ਕਿ ਸਾਗ ਸਬਜ਼ੀਆਂ ਜੋ ਖਾਣ ਪੀਣ ਦੀਆਂ ਚੀਜ਼ਾਂ ਨੇ, ਵਿਕਸਿਤ ਦੇਸ਼ਾਂ ਦੇ ਵਿੱਚ ਦਸਤਾਨੇ ਪਹਿਨ ਕੇ ਹੀ ਵੇਚੀਆਂ ਜਾਂਦੀਆਂ ਨੇ, ਇੱਕ ਦੂਸਰੇ ਨੂੰ ਦਿੱਤੀਆਂ ਜਾਂਦੀਆਂ ਨੇ। ਹੱਥ ਨਹੀਂ ਛੂਹਣੇ, ਕਿਉਂਕਿ ਮਨੁੱਖ ਦੇ ਹੱਥ ਦਾ ਸਪਰਸ਼ ਵੀ ਵਸਤੂਆਂ ਨੂੰ ਘਿਰਣਤ ਕਰ ਸਕਦਾ ਹੈ, ਮੈਲਾ ਕਰ ਸਕਦਾ ਹੈ, ਔਰ ਉਹਨਾਂ ਦੇ ਚ ਕੁਛ ਨਾ ਕੁਛ ਮੈਲ ਭਰ ਸਕਦਾ ਹੈ। ਹੂ ਬਹੂ ਇਹੀ ਵਿਚਾਰ ਅੱਜ ਤੋਂ 500 ਸਾਲ ਪਹਿਲੇ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਰਹੇ ਨੇ ਕਿ ਅੰਨ ਪਵਿੱਤਰ ਹੈ, ਪਾਣੀ ਪਵਿੱਤਰ ਹੈ, ਔਰ ਅਗਨੀ ਪਵਿੱਤਰ ਹੈ, ਘਿਓ ਪਵਿੱਤਰ ਹੈ, ਲੂਣ ਪਵਿੱਤਰ ਹੈ। ਸਭ ਕੁਝ ਦੇ ਮਿਸ਼ਰਤ ਦੇ ਨਾਲ ਜਦ ਭੋਜਨ ਬਣਿਆ ਤੇ ਭੋਜਨ ਪਾਇਆ ਗਿਆ ਇਸ ਪਾਵਨ ਸਰੀਰ ਦੇ ਵਿੱਚ, तो सब कुछ अपवित्र हो गया। पानी मल बन गया, अन्न मैला हो गया, सब कुछ मैला हो गया। पापी स्यो तन गड्डिया थुक्का पईयां तित। हुण उस अन्न नूं वेख के थुकना पैंदा है, घृणा पैदा होंदी है, क्योंकि अन्न बेष्टा बन गया है, पानी मल बन गया है। मनुख दा शरीर ऐसा कि हर एक नूं मैल बना दिंदा है। शरीर दे जो चीज़ गई
मैली होवेगी, मैल बनेगा। महाराज कहते ने ये शरीर ऐसा है कि देवतियां तक नूं मैला कर देंदा है, ते ब्राह्मण तो सुच्चा किहड़ी गल दा हो गया, किस तरह हो गया? तो कहना मैं सुच्चा। इत्थे ही आके भगत कबीर ने एक बड़ी दार्शनिक गल कह दी है। वो कहते ने जे तू ब्राह्मण ब्राह्मणी जाया तो आन बाट काहे नहीं आया। ब्राह्मण नूं समझाण प्रति गुरु नानक दे इतने श्लोक ते कबीर दा इतना जोर क्यों है? क्योंकि ये धर्म दा पेशवा सी, ये धर्म दा मुखी सी। ते मुखी ठीक हो जाए, आगू सही मार्ग ते चले, ते उस दे पिछे चलन वाले अपने आप ही सही मार्ग ते जो है चलते ने। गुरु नानक दा ते भगत कबीर दा इस वास्ते ब्राह्मण नूं समझाण ते बड़ा जोर है, मुल्ला नूं समझाण ते बड़ा जोर है, क्योंकि दोवें धर्म दे मुखी सन। भगत कबीर कहते तू ब्राह्मण मैं शूदर, जिस ढंग नाल मेरा जन्म होया है उसे ढंग नाल तेरा होया है। जिस द्वार तो मैं आया उस द्वार तो तू आया है। अगर तू ब्राह्मण है तो आन बाट का है नहीं आया। तेरा जगत दे आन दा रस्ता कोई होर होना चाहिए, आन बाट होनी चाहिए। बाट ते होई जिथों मैं आया। तो फिर तू किस तरह ब्राह्मण ते मैं किस तरह शूद्र? तुम कत ब्राह्मण हम कत सूद, हम कत लोहू तुम कत दूध। साडा शरीर कोई चीरे लहू निकलदा है, ते ऐ ब्राह्मण तेरा शरीर चीरिए कोई दुध निकलदा है। हम कत लोहू तुम कत दूध। जब तेरे शरीर दे च भी लहू निकले और मेरे शरीर दे च भी लहू निकले, ते तू फिर ब्राह्मण कैसा ते फिर मैं शूद्र कैसा? सब कुछ शरीर की बनावट ते इको ही तरह दी। फिर तू किस तरह अपने आप को महान मन लिया? तो कबीर कहते ने कहो कबीर जो ब्रह्म विचारे सो ब्राह्मण कहियत है हमारे। हू बहू गुरु नानक देव जी महाराज फरमान पे करते हैं कि बाहर दी सुचेम नाल कोई ब्राह्मण नहीं बनता जितने चिर तक अंतिशकरण की शुद्धि ना होवे, अंतिशकरण की निर्मलता ना होवे। शरीर तो इतना मैला है कि फुल्लां तक नूं मैला कर देंदा है। अगर फुल्लां दा हार मनुख दे गल विच पा दिता गया है, फुल मैले हो गए ने। चंदन कपूर मनुखी तन नाल स्पर्श हो गया है तो मैले हो गए ने। भगत कबीर दे कुछ होर भी वाक ने। आप कहते ने चलत कत टेढ़े टेढ़े, अस्त चरम बिस्टा के मूंदे, दुर्गंध ही के बेड़े। पता है तू की है? हड्डियां, मिंज, मांस, फिर उस दे उत्ते लिपटिया होया चमड़ा। ये चमड़ी परमात्मा ने किसी नूं गोरी दे दी, किसी नूं काली दे दी, किसी नूं जर्द माइल दे दी, किसी नूं लाल दे दी, किसी नूं सांवरी दे दी। जिस तरह मनुख वख-वख रंगां दे कपड़े पहनदा है, परमात्मा ने वख-वख रंग दी एक खलड़ी दे दी। ये कपड़े ही ने, पर कपड़ियां दे विच की है? कपड़ियां दे विच सारियां दे इक्को ही चीज है। भगत कबीर कहते ने बिस्टा अस्त रकत परेटे चाम, वो इस ऊपर ले राख्यो गुमान। इस चमड़े दे थल्ले मांस है, मिंज है, अस्त हड्डियां ने और बिष्टा दुर्गंधी इत्यादक है। ते फिर मान केड़ी गल दा? बिष्टा दा, मांस दा, मिंज दा, खून दा, हड्डियां दा। आखिर किस चीज दा मान? केड़ी गल के तू ब्राह्मण तू अपने आप को सुच्चा मने, दूसरे ने शूद्र ते भ्रष्ट। जद के काया इको जैसी है। पंडित गुलाब सिंह जी महाराज ने प्रबोध चंद्र नाटक दे एक बड़ा सुंदर छंद लिखे। आप दी कलम दैवी सुंदरता दे गुण लिखदियां लिखदियां थिड़क गई कलम, और मादक सुंदरता जो शारीरिक सुंदरता है इस ते आन के टिके। इहदी खूबियां बयान करन लग पई ये कलम। शरीर दी सुंदरता दा लेखा जोखा करन लग पई ये कलम। पर सामने एक सुंदर शरीर बैठा सी, नक चो मैल निकली,
और हथ फेर दिता नक ते। सारी मैल मूँह ते पै गई, सारा मूँह उस गंदगी दे नाल लिबड़ गया। पंडित गुलाब सिंह जी की कलम ने मोड़ा खादा। हुणे कलम कुछ होर लिख रही सी, हुण कुछ होर लिख रही है। ਉਹਦੇ ਚੋਂ ਜਿਹੜੇ ਬੋਲ ਨਿਕਲੇ ਉਹ ਇਹ ਨੇ, हे मलमूत कसूत सबोपुन और सलेखन भांजन भारी, नाक की मैल जब है निकसे और नाहे संभार सो पोच उतारी। उस मैल नूं संभाल के नहीं कढ़िया, नहीं उतारिया, हथ फेर दिता है ते हथ दे फेरदियां मूँह सारा मैला हो गया। तो मुख चंद कहे जह को तब नाहे निहार सके वह नारी। पिख रंचक मैल गिलान करे सठ जानत नाहे अहै किछ सारी। रंचक मात्र मैल नू वेख के इतनी गिलानी, इतनी घृणा, इतनी नफरत। ते पंडित गुलाब सिंह जी महाराज कहते हैं, सठ जानत नाहे अहै किछ सारी। मूर्ख जानदा ही नहीं, काया ते सारी यही कुछ है। काया दा मान और काया दी पवित्रता दा दावा जो भी करते ने, साहिब श्री गुरु नानक देव जी महाराज दा फरमान, काया ते इतनी अपवित्र है कि 36 प्रकार दा भोजन जो देवी देवतियां दे संजोग नाल बनदा है, क्योंकि अन्न पानी सब देवता ही ने, ये देवते तक भ्रष्ट हो जाते हैं, मैले हो जाते हैं। तो फिर काया किस तरह पवित्र? क्योंकि काया दे सुचेम दे उत्ते ब्राह्मण का इतना जोर से कि उसने मुसलमान नूं मलेच कह दिता। मैल खाण वाला, मैला रहन वाला, मैं साफ हाँ, मैं सुतरा हाँ। सारी शक्ति ते सारा समा शरीर की सुचेम ते ला दिता। भुल गए आत्म शुद्धि तो बिना शरीर शुद्धि की मैंने रखती है। गुरु नानक देव जी महाराज ने आत्म शुद्धि ते जोर दिता है, और आप कहते ने जिसकी आत्म शुद्धि हो जाए उसकी शरीर शुद्धि अपने आप हो जाती है। आरंभ करो आत्म शुद्धि, और आत्म शुद्धि आती है परमात्मा के चिंतन नाल, परमात्मा के विचार दे नाल। इस तो बिना ना कोई सुच्चा है ना हो सकता है। साच बिना कह सूचा होई, सच तो बिना कोई सुच्चा हो नहीं सकता, कोई पवित्र हो नहीं सकता। और जब सच हिरदे विच आण वसदा है तो गुरु नानक देव जी महाराज का फरमान, काया का रूप रंग भी बदलता है, ये भी अपने सुभाव नूं बदलदी है। धर्म की साधना का मतलब है मन के सुभाव नूं बदलना, ते मन के सुभाव दे बदलदियां तन का सुभाव भी बदलता है।